ਉਤਪਤ 17। ਜਦ ਅਬਰਾਮ 99 ਵਰਿਆਂ ਦਾ ਹੋਇਆ ਤਦ ਯਹੋਵਾ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸਨੂੰ ਆਖਿਆ, मैं सर्वशक्तिमान परमेश्वर हाँ, तू मेरे सन्मुख चल और संपूर्ण हो। मैं अपना नेम अपने ते तेरे विच बनांगा अते मैं तेनों हदों बाला वधावांगा। ਤਾਂ ਅਬਰਾਮ ਆਪਣੇ ਮੂੰਹ ਦੇ ਪਾਰ ਡਿੱਗਿਆ ਔਰ ਪਰਮੇਸ਼ਰ ਨੇ ਉਹਦੇ ਨਾਲ ਇਹ ਗੱਲ ਕੀਤੀ, ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਗਾ। ਉਪਰੰਤ ਤੇਰਾ ਨਾਮ ਫਿਰ ਅਬਰਾਮ ਨਹੀਂ ਸੱਦਿਆ ਜਾਵੇਗਾ, ਪਰ ਤੇਰਾ ਨਾਮ ਅਬਰਾਹਮ ਹੋਵੇਗਾ, ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ ਅਤੇ ਮੈਂ ਤੈਨੂੰ ਹੱਦੋਂ ਬਾਲਾ ਫਲਵੰਤ ਬਣਾਵਾਂਗਾ ਔਰ ਮੈਂ ਤੇਤੋਂ ਕੌਮਾਂ ਬਣਾਵਾਂਗਾ ਔਰ ਤੇਤੋਂ ਰਾਜੇ ਨਿਕਲਣਗੇ ਅਤੇ ਮੈਂ ਆਪਣਾ ਨੇਮ ਆਪਣੇ ਔਰ ਤੇਰੀ ਅੰਸ਼ ਦੇ ਵਿੱਚ ਜੋ ਤੇਰੇ ਪਿੱਛੋਂ ਆਵੇਗੀ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਆਨੰਦ ਨੇਮ ਕਰਕੇ ਬਣਾਂਗਾ ਕਿ ਮੈਂ ਤੇਰੇ ਔਰ ਤੇਰੇ ਪਿੱਛੋਂ ਤੇਰੀ ਅੰਸ਼ ਦਾ ਪਰਮੇਸ਼ਰ ਹੋਵਾਂਗਾ। ਨਾਲੇ ਮੈਂ ਤੈਨੂੰ ਔਰ ਤੇਰੇ ਪਿੱਛੋਂ ਤੇਰੀ ਅੰਸ਼ ਨੂੰ ਤੇਰੇ ਵਸਣ ਦੇ ਇਹ ਧਰਤੀ ਅਰਥਾਤ ਕਨਾਨ ਦੀ ਸਾਰੀ ਧਰਤੀ ਸਦਾ ਦੀ ਮਿਲਕ ਲਈ ਦਿਆਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ, ਤੂੰ ਮੇਰੇ ਨੇਮ ਦੀ ਪਾਲਣਾ ਕਰ, ਤੂੰ ਔਰ ਤੇਰੇ ਪਿੱਛੋਂ ਤੇਰੀ ਅੰਸ਼ ਉਹਨਾਂ ਦੀਆਂ ਪੀੜ੍ਹੀਆਂ ਤਾਈਂ। ਇਹ ਮੇਰਾ ਨੇਮ ਮੇਰੇ ਔਰ ਤੁਹਾਡੇ ਔਰ ਤੇਰੇ ਪਿੱਛੋਂ ਤੇਰੀ ਅੰਸ਼ ਵਿੱਚ ਹੈ, ਜਿਸ ਦੀ ਤੁਸੀਂ ਪਾਲਣਾ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨਰ ਦੀ ਸੁਨਤ ਕੀਤੀ ਜਾਵੇ। ਤੁਸੀਂ ਆਪਣੇ ਬਦਨ ਦੀ ਕਲੜੀ ਦੀ ਸੁਨਤ ਕਰਾਓ ਅਤੇ ਇਹ ਮੇਰੇ ਔਰ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ। ਤੁਹਾਡੇ ਵਿੱਚ ਹਰ ਇੱਕ 8 ਦਿਨਾਂ ਦੇ ਨਰ ਦੀ ਸੁਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਏ, ਭਾਵੇਂ ਉਹ ਤੇਰਾ ਕਰਜਮਨ, ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ਼ ਦਾ ਨਹੀਂ ਹੈ ਚਾਂਦੀ ਨਾਲ ਲਿਆ ਹੋਵੇ। ਤੇਰੇ ਕਰਜਮਨ ਦੀ ਚਾਂਦੀ ਨਾਲ ਲਏ ਹੋਏ ਦੀ ਸੁਨਤ ਜ਼ਰੂਰ ਕੀਤੀ ਜਾਵੇ। ਸੋ ਮੇਰਾ ਨੇਮ ਤੁਹਾਡੇ ਮਾਸ ਵਿੱਚ ਇੱਕ ਆਨੰਦ ਨੇਮ ਹੋਵੇਗਾ। ਪਰ ਜੋ ਨਰ ਬੇਸੁਨਤ ਰਹੇ ਔਰ ਜਿਸ ਦੀ ਸੁਨਤ ਉਸਦੇ ਬਦਨ ਦੀ ਕਲੜੀ ਵਿੱਚ ਨਾ ਕੀਤੀ ਗਈ ਹੋਵੇ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਚੇਕਿਆ ਜਾਵੇਗਾ। ਉਸ ਮੇਰੇ ਨੇਮ ਨੂੰ ਪੰਨਿਆ ਹੈ। ਫਿਰ ਯਹੋਵਾ ਨੇ ਅਬਰਾਹਮ ਨੂੰ ਆਖਿਆ, ਸਾਰਾਈ ਜੋ ਤੇਰੀ ਪਤਨੀ ਹੈ, ਤੂੰ ਉਹਦਾ ਨਾਮ ਸਾਰਾਈ ਨਾ ਆਖੀ, ਸਗੋਂ ਉਹਦਾ ਨਾਮ ਸਾਰਾ ਹੋਵੇਗਾ। ਮੈਂ ਉਹਨੂੰ ਆਸੀਸ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤਰ ਵੀ ਦਿਆਂਗਾ। ਮੈਂ ਉਹਨੂੰ ਆਸੀਸ ਦਿਆਂਗਾ ਅਤੇ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉਮਤਾਂ ਦੇ ਰਾਜੇ ਉਸ ਤੋਂ ਹੋਣਗੇ। ਤਾਂ ਅਬਰਾਹਮ ਆਪਣੇ ਮੂੰਹ ਪਾਰ ਡਿੱਗ ਪਿਆ, ਪਰ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ 100 ਵਰਿਆਂ ਦੇ ਜਨ ਜੋ ਪੁੱਤਰ ਹੋਊਗਾ ਔਰ ਸਾਰਾ ਜੋ 90 ਵਰਿਆਂ ਦੀ ਹੈ ਪੁੱਤਰ ਜਨੇਗੀ। ਤਾਂ ਅਬਰਾਹਮ ਨੇ ਪਰਮੇਸ਼ਰ ਨੂੰ ਆਖਿਆ, ਇਸਮਾਇਲ ਹੀ ਤੇਰੇ ਹਜ਼ੂਰ ਜਿਉਂਦਾ ਰਹੇ। ਪਰ ਪਰਮੇਸ਼ਰ ਨੇ ਆਖਿਆ, ਸਾਰਾ ਤੇਰੀ ਪਤਨੀ ਤੇਰੇ ਲਈ ਜ਼ਰੂਰ ਇੱਕ ਪੁੱਤਰ ਜਨੇਗੀ ਅਤੇ ਤੂੰ ਉਹਦਾ ਨਾਮ ਇਸਹਾਕ ਰੱਖੀ ਅਤੇ ਮੈਂ ਆਪਣਾ ਨੇਮ ਉਹਦੇ ਨਾਲ ਔਰ ਉਹਦੇ ਪਿੱਛੋਂ ਉਹਦੀ ਅੰਸ਼ ਨਾਲ ਇੱਕ ਆਨੰਦ ਨੇਮ ਕਰਕੇ ਕਾਇਮ ਕਰਾਂਗਾ। ਨਾਲੇ ਇਸਮਾਇਲ ਲਈ ਵੀ ਮੈਂ ਤੇਰੀ ਸੁਣੀ ਅਤੇ ਵੇਖ ਮੈਂ ਉਹਨੂੰ ਆਸੀਸ ਦਿੱਤੀ ਹੈ ਤੇ ਮੈਂ ਉਹਨੂੰ ਫਲਵੰਤ ਬਣਾਵਾਂਗਾ ਔਰ ਹੱਦੋਂ ਬਾਲਾ ਵਧਾਵਾਂਗਾ। ਉਸ ਤੋਂ 12 ਸਜਾਦੇ ਜੰਮਣਗੇ ਔਰ ਮੈਂ ਉਹਨੂੰ ਇੱਕ ਵੱਡੀ ਕੌਮ ਬਣਾਵਾਂਗਾ। ਪਰ ਆਪਣਾ ਨੇਮ ਮੈਂ ਇਸਹਾਕ ਨਾਲ ਹੀ ਕਾਇਮ ਕਰਾਂਗਾ, ਜਿਹਨੂੰ ਸਾਰਾ ਇਸੇ ਰੁੱਤੇ ਆਉਂਦੇ ਵਰੇ ਤੇਰੇ ਲਈ ਜਨੇਗੀ। ਜਾਂ ਉਹ ਉਸਦੇ ਨਾਲ ਗੱਲ ਕਰਨ ਤੋਂ ਹਟਿਆ ਤਾਂ ਪਰਮੇਸ਼ਰ ਅਬਰਾਹਮ ਕੋਲੋਂ ਉਤਾਂਹ ਚਲਾ ਗਿਆ। ਤਾਂ ਅਬਰਾਹਮ ਨੇ ਆਪਣੇ ਪੁੱਤਰ ਇਸਮਾਇਲ ਨੂੰ ਔਰ ਆਪਣੇ ਸਭ ਕਰਜਮਿਆਂ ਨੂੰ
ਔਰ ਸਭ ਆਪਣੀ ਚਾਂਦੀ ਨਾਲ ਖਰੀਦੇ ਹੋਈਆਂ ਨੂੰ ਅਰਥਾਤ ਅਬਰਾਹਮ ਦੇ ਘਰ ਦੇ ਮਨੁੱਖਾਂ ਵਿੱਚੋਂ ਹਰ ਇੱਕ ਨਰ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਦੇ ਬਦਨ ਦੀ ਕਲੜੀ ਵਿੱਚ ਉਸੇ ਦਿਹਾੜੇ ਸੁਨਤ ਕਰਾਈ ਜਿਵੇਂ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਸੀ। ਅਤੇ ਅਬਰਾਹਮ 99 ਵਰ੍ਹਿਆਂ ਦਾ ਸੀ ਜਦ ਉਹਦੇ ਬਦਨ ਦੀ ਕਲੜੀ ਵਿੱਚ ਸੁਨਤ ਕੀਤੀ ਗਈ ਅਤੇ ਇਸਮਾਇਲ 13 ਵਰ੍ਹਿਆਂ ਦਾ ਸੀ ਜਦ ਉਹਨੇ ਬਦਨ ਦੀ ਕਲੜੀ ਵਿੱਚ ਉਹਦੀ ਸੁਨਤ ਕੀਤੀ ਗਈ। ਅਬਰਾਹਮ ਤੇ ਉਹਦੇ ਪੁੱਤਰ ਇਸਮਾਇਲ ਦੀਆਂ ਸੁਨਤਾਂ ਇੱਕੇ ਦਿਨ ਹੋਈਆਂ ਅਤੇ ਉਹਦੇ ਘਰ ਦੇ ਸਭ ਮਨੁੱਖਾਂ ਦੀ ਭਾਵੇਂ ਘਰ ਜੰਮੇ ਸੀ ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇ ਕੇ ਲਏ ਹੋਏ ਸੀ ਉਹਦੇ ਨਾਲ ਸਭਨਾਂ ਦੀ ਸੁਨਤ ਕੀਤੀ ਗਈ। ਨਿਆਂਇਆਂ ਦੀ ਪੋਥੀ ਅਧਿਆਇ 5। ਉਸੇ ਦਿਨ ਤਬੋਰਾ ਤੇ ਅਬੀਨੋਆਮ ਬਾਰਾਕ ਨੇ ਇਉਂ ਗਾਇਆ, ਇਸਰਾਏਲ ਦੇ ਸਰਦਾਰਾਂ ਦੀ ਸਰਦਾਰੀ ਲਈ ਅਤੇ ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾ ਨੂੰ ਧੰਨ ਆਖੋ। ਹੇ ਰਾਜਿਓ ਸੁਨੋ ਅਤੇ ਹੇ ਰਾਜ ਪੁੱਤਰੋ ਕੰਨ ਲਾਵੋ। ਮੈਂ ਯਹੋਵਾ ਲਈ ਗਾਵਾਂਗੀ। ਮੈਂ ਯਹੋਵਾ ਇਸਰਾਏਲ ਦੇ ਪਰਮੇਸ਼ਰ ਦੀ ਉਸਤਤ ਕਰਾਂਗੀ। ਹੇ ਯਹੋਵਾ, ਜਦ ਤੂੰ ਸੇਈਰ ਤੋਂ ਨਿਕਲਿਆ, ਜਦ ਤੂੰ ਅਦੋਮ ਦੀ ਭੂਮੀ ਤੋਂ ਤੁਰਿਆ ਤਾਂ ਧਰਤੀ ਵੀ ਕੰਬ ਉੱਠੀ, ਆਕਾਸ਼ ਵੀ ਚੋ ਪਏ, ਕੱਟਾਂ ਤੋਂ ਵੀ ਕਣੀਆਂ ਵਰੀਆਂ, ਪਹਾੜ ਯਹੋਵਾ ਦੇ ਅੱਗਿਓਂ ਟਲ ਗਏ। ਇਹ ਸੀਨੇ ਵੀ ਯਹੋਵਾ ਇਸਰਾਏਲ ਦੇ ਪਰਮੇਸ਼ਰ ਦੇ ਅੱਗਿਓਂ। ਅਨਾਤ ਦੇ ਪੁੱਤਰ ਸਮਗਰ ਦੇ ਦਿਨਾਂ ਵਿੱਚ, ਯੋਏਲ ਦੇ ਦਿਨਾਂ ਵਿੱਚ ਸੜਕਾਂ ਵੇਲੀਆਂ ਰਹਿੰਦੀਆਂ ਸਨ ਅਤੇ ਰਾਹੀ ਪਹਿਆਂ ਦੇ ਰਾਹ ਤੁਰਦੇ ਸਨ। ਇਸਰਾਏਲ ਵਿੱਚ ਆਗ ਮੁੱਕ ਗਏ, ਉਹ ਉੱਕਾ ਹੀ ਮੁੱਕ ਗਏ। ਜਦ ਤੱਕ ਮੈਂ ਤਬੋਰਾ ਨਾ ਉੱਠੀ, ਜਦ ਤੱਕ ਮੈਂ ਇਸਰਾਏਲ ਵਿੱਚ ਮਾਥਾ ਬਣ ਕੇ ਨਾ ਉੱਠੀ। ਉਹਨਾਂ ਨੇ ਨਵੇਂ ਦੇਵਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ ਇਸਰਾਏਲ ਦੀਆਂ 40,000 ਵਿੱਚੋਂ ਇੱਕ ਢਾਲ ਜਾਂ ਇੱਕ ਭਰਜੀ ਵੀ ਦਿਸੀ। ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਾ ਹੋਇਆ ਹੈ, ਜਿਨ੍ਹਾਂ ਨੇ ਆਪੋ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾ ਨੂੰ ਧੰਨ ਆਖੋ। ਹੇ ਬੱਗੀਆਂ ਪੋਤੀਆਂ ਉੱਤੇ ਚੜਨ ਵਾਲਿਓ, ਹੇ ਨਫੀਸ ਹਲੀਜੀਆਂ ਉੱਤੇ ਬੈਠਣ ਵਾਲਿਓ, ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਹਦਾ ਚਰਚਾ ਕਰੋ। ਬਾਉਲੀਆਂ ਉੱਤੇ ਤੀਰ ਬਾਜ਼ਾਂ ਦੀ ਆਵਾਜ਼ ਤੋਂ ਦੂਰ ਉੱਤੇ ਉਹ ਯਹੋਵਾ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, ਇਸਰਾਏਲ ਵਿੱਚ ਉਹਦੇ ਧਰਮੀ ਕੰਮਾਂ ਨੂੰ। ਤਦ ਯਹੋਵਾ ਦੇ ਲੋਕ ਫਾਟਕਾਂ ਕੋਲ ਗਏ। ਜਾਗ ਜਾਗ ਹੇ ਦਬੋਰਾ, ਜਾਗ ਜਾਗ ਤੇ ਗੀਤ ਗਾ। ਉੱਠ ਹੇ ਬਾਰਾਕ, ਅਬੀਨੋਆਮ ਦੇ ਪੁੱਤਰ, ਅਤੇ ਆਪਣੇ ਬੰਧੂਆਂ ਨੂੰ ਬੰਨ। ਤਦ ਮੁਖੀਆਂ ਦੇ ਬਕੀਏ ਨੇ ਪਰਜਾ ਦੇ ਉੱਤੇ ਰਾਜ ਕੀਤਾ। ਯਹੋਵਾ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ। ਇਫਰਾਇਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ ਅਮਲੋਕ ਵਿੱਚ ਸੀ। ਮੇਰੇ ਪਿੱਛੇ ਹੇ ਬੇਨਿਆਮੀਨ, ਮੇਰੇ ਲੋਕਾਂ ਵਿੱਚ ਮਾਕੀਰ ਵਿੱਚੋਂ ਹਾਕਮ ਉਤਰ ਆਏ ਅਤੇ ਜ਼ਬੂਲੂਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ ਅਤੇ ਇਸ਼ਾਕਾਰ ਦੇ ਸਰਦਾਰ ਤਬੋਰਾ ਦੇ ਨਾਲ ਸਨ। ਇਸਖਾਰ ਤੇ ਬਾਰਾਕ ਵੀ ਉਹ ਕੰਡ ਵਿੱਚ ਪੈਦਲ ਘੱਲਿਆ ਗਿਆ। ਰੂਬਨ ਦੇ ਜਤਿਆਂ ਵਿੱਚ ਵੱਡੀਆਂ ਵੱਡੀਆਂ ਚਿਤਮਨੀਆਂ ਹੋਈਆਂ। ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਆਂਗਨੇ ਨੂੰ ਸੁਣਨ ਲਈ ਰੂਬਨ ਦੇ ਜਤਿਆਂ ਲਈ ਵੱਡੀਆਂ ਵੱਡੀਆਂ ਚਿਤਮਨੀਆਂ ਹੋਈਆਂ। ਗਿਲਿਆਦ ਯਰਦਨ ਪਾਰ ਵਸਿਆ ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ। ਆਜ਼ੇਰ ਸਮੁੰਦਰ ਦੇ ਕੰਢੇ ਉੱਤੇ ਵਸਿਆ ਅਤੇ ਆਪਣੇ ਕਾਟਾਂ ਵਿੱਚ ਬੈਠਾ ਰਿਹਾ। ਜ਼ਬੂਲੂਨ ਅਤੇ ਨਫਤਾਲੀ ਉਹ ਲੋਕ ਸਨ ਜਿਨ੍ਹਾਂ ਨੇ ਰੜੇ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀਆਂ ਪ੍ਰਾਣਾਂ ਨੂੰ ਤੁੱਛ ਜਾਣਿਆ। ਰਾਜੇ ਆਣ ਕੇ ਲੜੇ, ਤਦ ਕਨਾਨ
ਦੇ ਰਾਜੇ ਲੜੇ। ਤਾਨਾਕ ਵਿੱਚ ਮਗਿੰਦੋ ਦੇ ਪਾਣੀਆਂ ਕੋਲ ਉਹਨਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ। ਉਹ ਆਕਾਸ਼ੋਂ ਲੜੇ। ਤਾਰੇ ਆਪਣੀਆਂ ਦੌੜਾਂ ਵਿੱਚ ਸਿਸਰਾ ਨਾਲ ਲੜੇ। ਕੀਸੋਨ ਦੀ ਨਦੀ ਉਹਨਾਂ ਨੂੰ ਰੋੜ ਕੇ ਲੈ ਗਈ। ਉਹ ਪੁਰਾਣੀ ਨਦੀ ਕਿਸ਼ੋਨ ਦੀ ਨਦੀ, ਹੇ ਮੇਰੀ ਜਾਨ ਤੂੰ ਬਲ ਨਾਲ ਅੱਗੇ ਚੱਲ। ਤਦ ਘੋੜਿਆਂ ਦੇ ਕੁਰ ਟਾਪਾ ਮਾਰਦੇ ਸਨ। ਬਲਵਾਨਾਂ ਦੇ ਕੁੱਦ ਕੁੰਦਨ ਤੋਂ ਮੇਰੋਜ਼ ਨੂੰ ਸਰਾਪ ਦਿਓ। ਯਹੋਵਾ ਦੇ ਦੂਤ ਨੇ ਆਖਿਆ, ਉਹਦੇ ਵਸਨੀਕਾਂ ਨੂੰ ਕਰੜਾ ਸਰਾਪ ਦਿਓ, ਕਿਉਂ ਜੋ ਉਹ ਯਹੋਵਾ ਦੀ ਸਹਾਇਤਾ ਨੂੰ ਨਾ ਆਏ। ਯਹੋਵਾ ਦੀ ਸਹਾਇਤਾ ਨੂੰ ਸੂਰਬੀਰਾਂ ਦੇ ਵਿਰੁੱਧ। ਖਬਰ ਕਹਿਣੀ ਦੀ ਤੀਵੀ ਯਾਇਲ ਸਭਨਾ ਤੀਵੀਆਂ ਨਾਲੋਂ ਮੁਬਾਰਕ ਹੋਵੇ। ਉਸ ਤੰਬੂ ਦੀਆਂ ਤੀਵੀਆਂ ਨਾਲੋਂ ਮੁਬਾਰਕ। ਉਹਨੇ ਪਾਣੀ ਮੰਗਿਆ, ਉਸਨੇ ਦੁੱਧ ਦਿੱਤਾ। ਉਹ ਤਣੀਆਂ ਦੇ ਤਾਲ ਵਿੱਚ ਦਹੀਂ ਲਿਆਈ। ਉਸਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ ਅਤੇ ਆਪਣਾ ਸੱਜਾ ਹੱਥ ਕਾਰੀਗਰ ਦੀ ਮੰਗਲੀ ਉੱਤੇ ਅਤੇ ਸਿਸਰਾ ਨੂੰ ਟੋਕਿਆ। ਉਹਦੇ ਸਿਰ ਨੂੰ ਪੰਨ ਸੁੱਟਿਆ। ਉਹਦੀ ਪੁੜਪੁੜੀ ਨੂੰ ਤੁਸਾਰ ਪਾਰ ਬਿੰਨ ਦਿੱਤਾ। ਉਸਦੇ ਪੈਰਾਂ ਵਿੱਚ ਉਹ ਨੀਵਿਆ। ਉਹ ਡਿੱਗਿਆ, ਉਹ ਲੰਮਾ ਪਿਆ। ਉਸਦੇ ਪੈਰਾਂ ਵਿੱਚ ਉਹ ਨੀਵਿਆ, ਉਹ ਡਿੱਗ ਪਿਆ। ਜਿੱਤੇ ਉਹ ਨੀਵਿਆ ਉੱਤੇ ਹੀ ਉਹ ਮੁਰਦਾ ਡਿੱਗਿਆ। ਸਿਸਰਾ ਦੀ ਮਾਤਾ ਬਾਰੀ ਵਿੱਚ ਚਾਕ ਮਾਰ ਕੇ ਚਰੋਕੇ ਵਿੱਚੋਂ ਚਿਲਾਈ, ਉਹਦੇ ਹੱਥ ਦੇ ਆਉਣ ਵਿੱਚ ਏਡਾ ਚਿਰ ਕਿਉਂ ਲੱਗਾ? ਉਹਦੇ ਰਥਾਂ ਦੇ ਪਹੀਏ ਢਿੱਲ ਕਿਉਂ ਲਾਉਂਦੇ ਹਨ? ਉਹਦੀਆਂ ਸਿਆਣੀਆਂ ਸਰਦਾਰਨੀਆਂ ਨੇ ਉਹਨੂੰ ਉੱਤਰ ਦਿੱਤਾ, ਸਗੋਂ ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ। ਭਲਾ ਉਹ ਨਹੀਂ ਲੁੱਟ ਪਾ ਕੇ ਉਹਨੂੰ ਵੱਢਦੇ ਹਨ? ਇੱਕ ਇੱਕ ਵੀਰ ਨੂੰ, ਇੱਕ ਦੋ ਕੁੜੀਆਂ ਅਤੇ ਸਿਸਰਾ ਨੂੰ ਰੰਗ ਬਰੰਗੇ ਬਸਤਰ ਦੀ ਲੁੱਟ, ਰੰਗ ਬਰੰਗੇ ਕੰਡੀਆਂ ਹੋਈਆਂ ਬਸਤਰਾਂ ਦੀ ਲੁੱਟ, ਲੁੱਟੇ ਹੋਇਆਂ ਦੀਆਂ ਟੌਣਾ ਦਾ ਦੋ ਪਾਸਾ, ਕੰਡਿਆ ਹੋਇਆ ਰੰਗ ਬਰੰਗ ਬਸਤਰ। ਕਿਸੇ ਤਰ੍ਹਾਂ ਹੇ ਯਹੋਵਾ ਤੇਰੇ ਸਾਰੇ ਵੇਰੀ ਨਾਸ ਹੋ ਜਾਣ, ਪਰ ਉਹਦੇ ਪ੍ਰੇਮੀ ਸੂਰਜ ਵਾਂਗਰ ਹੋਣ। ਜਦ ਉਹ ਆਪਣੇ ਬਲ ਨਾਲ ਚੜਦਾ ਹੈ ਅਤੇ ਦੇਸ਼ ਨੂੰ 40 ਵਰੇ ਸੁੱਖ ਰਿਹਾ। ਨਿਆਂਇਆਂ ਦੀ ਪੋਥੀ ਅਧਿਆਇ 6। ਇਸਰਾਏਲੀਆਂ ਨੇ ਯਹੋਵਾ ਅੱਗੇ ਬੁਰੀਆਈ ਕੀਤੀ, ਤਦ ਯਹੋਵਾ ਨੇ ਉਹਨਾਂ ਨੂੰ 7 ਵਰ੍ਹਿਆਂ ਤੋੜੀ ਮਿਦਿਆਨੀਆਂ ਦੇ ਹੱਥ ਵਿੱਚ ਕਰ ਦਿੱਤਾ। ਮਿਦਿਆਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਿਆਨੀਆਂ ਦੇ ਕਾਰਨ ਇਸਰਾਏਲੀਆਂ ਨੇ ਆਪਣੇ ਲਈ ਪਹਾੜਾਂ ਵਿੱਚ ਕੁਰੇ ਅਤੇ ਗੁਫਾ ਔਰ ਕੋਟ ਬਣਾਏ। ਅਤੇ ਅਜਿਹਾ ਹੁੰਦਾ ਸੀ ਭਈ ਜਿਸ ਵੇਲੇ ਇਸਰਾਏਲੀ ਕੁਝ ਬੀਜਦੇ ਸਨ ਤਾਂ ਮਿਦਿਆਨੀ ਅਤੇ ਅਮਲੇਕੀ ਅਤੇ ਪੂਰਬੀ ਲੋਕ ਉਹਨਾਂ ਉੱਤੇ ਚੜ੍ਹ ਆਉਂਦੇ ਸਨ ਅਤੇ ਉਹਨਾਂ ਦੇ ਸਾਹਮਣੇ ਤੰਬੂ ਲਾ ਕੇ ਪਹਿਲਿਆਂ ਦਾ ਫਲ ਅਜਾ ਦੇ ਆਪੜਨ ਤੋੜੀ ਉਜਾੜ ਦਿੰਦੇ ਸਨ ਅਤੇ ਇਸਰਾਏਲ ਦੇ ਵਿੱਚ ਹਾਗਾਰ ਨਹੀਂ ਰਹਿਣ ਦਿੰਦੇ ਸਨ, ਨਾ ਪੇੜ, ਨਾ ਬਲਦ, ਨਾ ਕੋਤਾ, ਕਿਉਂ ਜੋ ਆਪਣੇ ਡੰਗਰ ਅਤੇ ਆਪਣੀਆਂ ਤੰਬੂਆਂ ਸਣੇ ਟਿੱਡੀ ਦੇ ਦਲ ਵਾਂਗੂ ਆਉਂਦੇ ਸਨ ਅਤੇ ਉਹ ਔਰ ਉਹਨਾਂ ਦੇ ਊਠ ਅਣਗਿਣਤ ਸਨ ਅਤੇ ਉਸ ਦੇਸ਼ ਵਿੱਚ ਵੜ ਕੇ ਉਹਨੂੰ ਉਜਾੜਦੇ ਸਨ। ਸੋ ਮਿਦਿਆਨੀਆਂ ਦੇ ਕਾਰਨ ਇਸਰਾਏਲੀ ਅਤ ਨਿਰਤਨ ਹੋ ਗਏ ਅਤੇ ਇਸਰਾਏਲੀਆਂ ਨੇ ਯਹੋਵਾ ਦੇ ਅੱਗੇ ਦੁਹਾਈ ਦਿੱਤਾ। ਅਜਿਹਾ ਹੋਇਆ ਜਾਂ ਇਸਰਾਏਲੀਆਂ ਨੇ ਮਿਦਿਆਨੀਆਂ ਦੇ ਕਾਰਨ ਯਹੋਵਾ ਅੱਗੇ ਦੁਹਾਈ ਦਿੱਤੀ ਤਾਂ ਯਹੋਵਾ ਨੇ ਇਸਰਾਏਲੀਆਂ ਕੋਲ ਇੱਕ ਨਬੀ ਕੱਲਿਆ, ਜਿਸਨੇ ਉਹਨਾਂ ਨੂੰ ਆਖਿਆ, ਯਹੋਵਾ ਇਸਰਾਏਲ ਦਾ ਪਰਮੇਸ਼ਰ ਯੂੰ ਆਖਦਾ ਹੈ, ਮੈਂ ਤੁਹਾਨੂੰ ਮਿਸਰ ਤੋਂ ਉਤਾਹ ਲਿਆਇਆ ਅਤੇ ਮੈਂ ਤੁਹਾਨੂੰ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਅਤੇ ਮਿਸਰੀਆਂ ਦੇ ਹੱਥੋਂ ਔਰ ਉਹਨਾਂ ਸਭਨਾਂ ਦੇ ਹੱਥੋਂ ਜਿਹੜੇ ਤੁਹਾਨੂੰ ਦੁੱਖ ਦਿੰਦੇ ਸਨ ਮੈਂ ਛੁਡਾਇਆ ਅਤੇ ਤੁਹਾਡੇ ਅੱਗੋਂ ਉਹਨਾਂ ਨੂੰ ਕੱਢ ਦਿੱਤਾ ਔਰ ਉਹਨਾਂ ਦਾ ਦੇਸ਼ ਤੁਹਾਨੂੰ ਦਿੱਤਾ। ਅਤੇ ਮੈਂ ਤੁਹਾਨੂੰ ਆਖਿਆ, ਯਹੋਵਾ ਤੁਹਾਡਾ ਪਰਮੇਸ਼ਰ ਮੈਂ ਹਾਂ। ਸੋ ਤੁਸੀਂ ਅਮੋਰੀਆਂ ਦੇ ਦੇਵਤਿਆਂ ਕੋਲੋਂ
ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ ਨਾ ਡਰੋ, ਪਰ ਤੁਸੀਂ ਮੇਰੇ ਵਚਨ ਦੇ ਸਰੋਤੇ ਨਾ ਬਣੋ। ਫਿਰ ਯਹੋਵਾ ਦਾ ਦੂਤ ਆਇਆ ਅਤੇ ਅਫਰਾ ਵਿੱਚ ਬਲੂਤ ਦੇ ਇੱਕ ਬਿਰਛ ਹੇਠ ਬੈਠਾ ਜਿਹੜਾ ਯੋਆਸ ਨਬੀ ਅਜ਼ਰੀ ਦਾ ਸੀ। ਉਸ ਵੇਲੇ ਉਸ ਦਾ ਪੁੱਤਰ ਗਿਦੌਨ ਇੱਕ ਚਬਚੇ ਵਿੱਚ ਕਣਕ ਨੂੰ ਚੱਟ ਰਿਹਾ ਸੀ, ਇਸ ਕਰਕੇ ਜੋ ਮਿਦਿਆਨੀਆਂ ਦੇ ਹੱਥੋਂ ਲੁਕਾਵੇ। ਸੋ ਯਹੋਵਾ ਦੇ ਦੂਤ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਉਹਨੂੰ ਆਖਿਆ, ਹੇ ਤਕੜੇ ਸੂਰਬੀਰ, ਯਹੋਵਾ ਤੇਰੇ ਨਾਲ ਹੈ। ਗਿਦੌਨ ਨੇ ਉਸ ਨੂੰ ਆਖਿਆ, ਹੇ ਪ੍ਰਭੂ, ਜੇ ਯਹੋਵਾ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਵਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ, ਅਤੇ ਉਹ ਸਾਰੇ ਅਚਰਜ ਕੰਮ ਕੀਤੇ ਹਨ ਜਿਹੜੇ ਸਾਡੇ ਪਿਓ ਦਾਦੇ ਸਾਨੂੰ ਬਾਤਾਂ ਪਾ ਕੇ ਇਉਂ ਸੁਣਾਉਂਦੇ ਸਨ, ਜੋ ਭਲਾ ਯਹੋਵਾ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ। ਪਰ ਹੁਣ ਯਹੋਵਾ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਿਆਨੀਆਂ ਦੇ ਹੱਥ ਕਰ ਦਿੱਤਾ। ਤਦ ਯਹੋਵਾ ਨੇ ਉਸ ਦੀ ਵੱਲ ਵੇਖ ਕੇ ਆਖਿਆ, ਤੂੰ ਆਪਣੇ ਇਸ ਬਲ ਨਾਲ ਜਾ ਅਤੇ ਤੂੰ ਇਸਰਾਏਲ ਨੂੰ ਮਿਦਿਆਨੀਆਂ ਦੇ ਹੱਥੋਂ ਛੁਡਾ, ਭਲਾ ਮੈਂ ਤੈਨੂੰ ਕੱਲਿਆ ਨਹੀਂ। ਉਹਨੇ ਉਸ ਨੂੰ ਆਖਿਆ, ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿੱਕਰ ਬਚਾਵਾਂ? ਵੇਖ, ਮੇਰਾ ਟੱਬਰ ਮਨਸਾ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਓ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ। ਤਾਂ ਯਹੋਵਾ ਨੇ ਉਹਨੂੰ ਆਖਿਆ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਿਦਿਆਨੀਆਂ ਨੂੰ ਇੱਕੋ ਮਨੁੱਖ ਵਾਂਗਰ ਵੱਢ ਸੁੱਟੇਗਾ। ਤਾਂ ਉਹਨੇ ਉਸ ਨੂੰ ਆਖਿਆ, ਜੇ ਕਦੀ ਮੈਂ ਤੇਰੇ ਅੱਗੇ ਹੁਣ ਕਿਰਪਾ ਪਾਈ ਹੈ ਤਾਂ ਕੋਈ ਨਿਸ਼ਾਨੀ ਮੈਨੂੰ ਵਿਖਾ, ਜੋ ਮੈਂ ਜਾਣਾ ਪਈ ਤੂੰ ਹੀ ਹੈ ਜਿਹੜਾ ਮੇਰੇ ਨਾਲ ਬੋਲਦਾ ਹੈ। ਮੈਂ ਤੇਰੇ ਅੱਗੇ ਬੇਨਤੀ ਕਰਨਾ ਪਈ ਜਦ ਤੱਕ ਮੈਂ ਤੇਰੇ ਕੋਲ ਮੁੜ ਨਾ ਆਵਾਂ ਅਤੇ ਆਪਣੀ ਭੇਟਾ ਨਾ ਲਿਆਵਾਂ ਅਤੇ ਤੇਰੇ ਅੱਗੇ ਉਹਨੂੰ ਅਰਪਣ ਨਾ ਕਰਾਂ, ਤਦ ਤੋੜੀ ਤੂੰ ਇੱਥੋਂ ਪੈਰ ਨਾ ਚੁੱਕੀ। ਸੋ ਉਸਨੇ ਆਖਿਆ, ਜਦ ਤੱਕ ਤੂੰ ਨਾ ਮੁੜੇਗਾ ਤਦ ਤੱਕ ਮੈਂ ਇੱਥੇ ਹੀ ਰਹਾਂਗਾ। ਤਦ ਗਿਦੌਨ ਗਿਆ ਅਤੇ ਉਹਨੇ ਇੱਕ ਕਟੋਰਾ ਅਤੇ ਇੱਕ ਏਫਾ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਉਹਨੇ ਟੋਕਰੀ ਵਿੱਚ ਧਰਿਆ ਅਤੇ ਤਰੀਰ ਇੱਕ ਦੇਗਚੇ ਵਿੱਚ ਪਾ ਕੇ ਉਸ ਦੇ ਲਈ ਬਲੂਤ ਦੇ ਬਿਰਛ ਹੇਠ ਲਿਆ ਰੱਖੀ। ਤਦ ਯਹੋਵਾ ਦੇ ਦੂਤ ਨੇ ਉਹਨੂੰ ਕਿਹਾ, ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖ ਦੇ ਔਰ ਤਰੀਰ ਉਸ ਦੇ ਉੱਤੇ ਡੋਲ ਦੇ। ਸੋ ਉਹ ਉਸੇ ਤਰ੍ਹਾਂ ਕੀਤਾ। ਤਾਂ ਯਹੋਵਾ ਦੇ ਦੂਤ ਨੇ ਉਸ ਚਿੱਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੋਇਆ ਅਤੇ ਉਸ ਪੱਥਰ ਵਿੱਚੋਂ ਅੱਗ ਨਿਕਲੀ ਅਤੇ ਮਾਸ ਔਰ ਪਤੀਰੀਆਂ ਰੋਟੀਆਂ ਨੂੰ ਖਾ ਗਈ। ਤਦ ਯਹੋਵਾ ਦਾ ਦੂਤ ਉਹਨੂੰ ਨੇਤਰਾਂ ਤੋਂ ਅਲੋਪ ਹੋ ਗਿਆ। ਜਾਂ ਗਿਦੌਨ ਨੇ ਡਿੱਠਾ ਜੋ ਉਹ ਯਹੋਵਾ ਦਾ ਦੂਤ ਸੀ, ਤਾਂ ਗਿਦੌਨ ਨੇ ਆਖਿਆ, ਹਾਏ ਹਾਏ, ਹੇ ਪ੍ਰਭੂ ਯਹੋਵਾ, ਕਿਉਂ ਜੋ ਮੈਂ ਯਹੋਵਾ ਦੇ ਦੂਤ ਨੂੰ ਆਮਨੇ ਸਾਹਮਣੇ ਡਿੱਠਾ। ਤਦ ਯਹੋਵਾ ਨੇ ਉਹਨੂੰ ਆਖਿਆ, ਤੈਨੂੰ ਸੁੱਖ ਹੋਵੇ, ਡਰ ਨਾ, ਤੂੰ ਨਹੀਂ ਮਰੇਗਾ। ਤਦ ਗਿਦੌਨ ਨੇ ਉੱਤੇ ਯਹੋਵਾ ਦੇ ਲਈ ਜਗਵੇਦੀ ਬਣਾਈ ਔਰ ਉਸ ਦਾ ਨਾਮ ਯਹੋਵਾ ਸਾਲੋਮ ਧਰਿਆ। ਸੋ ਉਹ ਅਬੀਅਜ਼ਰੀਆ ਦੇ ਅਫਰਾ ਵਿੱਚ ਅੱਜ ਦੇ ਦਿਨ ਤੋੜੀ ਹੈ। ਤਾਂ ਅਜਿਹਾ ਹੋਇਆ ਜੋ ਉਸੇ ਰਾਤ ਯਹੋਵਾ ਨੇ ਉਹਨੂੰ ਆਖਿਆ, ਆਪਣੇ ਪਿਓ ਦਾ ਬਲਦ ਲੈ, ਅਰਥਾਤ ਉਹ ਦੂਜਾ ਬਲਦ ਜਿਹੜਾ 7 ਵਰ੍ਹਿਆਂ ਦਾ ਹੈ, ਅਤੇ ਬਾਲ ਦੀ ਜਗਵੇਦੀ ਜੋ ਤੇਰੇ ਪਿਓ ਦੀ ਹੈ ਢਾਹ ਸੁੱਟ ਤੇ ਉਸਦੇ ਕੋਲ ਦਾ ਟੁੰਡ ਵੱਢ ਸੁੱਟ। ਅਤੇ ਯਹੋਵਾ ਆਪਣੇ ਪਰਮੇਸ਼ਰ ਦੇ ਲਈ ਇਸ ਪੱਥਰ ਦੇ ਉੱਤੇ ਅੱਛੀ ਤਰ੍ਹਾਂ ਨਾਲ ਜਗਵੇਦੀ ਬਣਾ ਅਤੇ ਉਸ ਦੂਜੇ ਬਲਦ ਨੂੰ ਲੈ ਕੇ ਉਸ ਦੇ ਕੋਲ ਦੇ ਟੁੰਡ ਦੀ ਲੱਕੜ ਨਾਲ ਜਿਹਨੂੰ ਤੂੰ ਵੱਢ ਸੁੱਟੇਗਾ ਕੋਮ ਚੜਾ। ਤਾਂ ਗਿਦੌਨ ਨੇ ਆਪਣੇ ਟਹਿਲੂਆਂ ਵਿੱਚ 10 ਜਣੇ ਲਈ ਅਤੇ ਜਿਹਾ ਯਹੋਵਾ ਨੇ ਉਹਨੂੰ ਆਖਿਆ ਸੀ ਤਿਹਾ ਹੀ ਕੀਤਾ।
ਅਤੇ ਇਸ ਕਰਕੇ ਜੋ ਉਹ ਇਹ ਕੰਮ ਦਿਨੇ ਕਰਨ ਵਿੱਚ ਆਪਣੇ ਪਿਓ ਦੇ ਘਰਾਣੇ ਔਰ ਸ਼ਹਿਰ ਦੇ ਵਾਸੀਆਂ ਤੋਂ ਡਰਦਾ ਸੀ, ਸੋ ਰਾਤੀ ਕੀਤਾ। ਜਦ ਸ਼ਹਿਰ ਦੇ ਲੋਕ ਤੜਕੇ ਉੱਠੇ ਤਾਂ ਵੇਖੋ ਬਾਲ ਦੀ ਜਗਵੇਦੀ ਢੱਡੀ ਪਈ ਸੀ ਅਤੇ ਉਸ ਦੇ ਕੋਲ ਦਾ ਕੁੰਡ ਵੱਢਿਆ ਪਿਆ ਸੀ ਅਤੇ ਉਸ ਜਗਵੇਦੀ ਉੱਤੇ ਜੋ ਬਣਾਈ ਗਈ ਸੀ ਦੂਜਾ ਬਲਦ ਚੜਾਇਆ ਹੋਇਆ ਸੀ। ਤਾਂ ਉਹਨਾਂ ਨੇ ਆਪੋ ਵਿੱਚ ਆਖਿਆ, ਭਾਈ ਇਹ ਕੰਮ ਕਿਸਨੇ ਕੀਤਾ ਹੈ? ਜਾਂ ਉਹਨਾਂ ਨੇ ਬਾਲ ਢੂੰਡ ਅਤੇ ਪੁੱਛ ਕੀਤੀ ਤਾਂ ਲੋਕਾਂ ਨੇ ਆਖਿਆ, ਯੋਆਸ ਦੇ ਪੁੱਤਰ ਗਿਦੋਨ ਨੇ ਇਹ ਕੰਮ ਕੀਤਾ ਹੈ। ਤਾਂ ਸ਼ਹਿਰ ਦੀਆਂ ਲੋਕਾਂ ਨੇ ਯੋਆਸ ਨੂੰ ਆਖਿਆ, ਆਪਣੇ ਪੁੱਤਰ ਨੂੰ ਕੱਢ ਲਿਆ ਤਾਂ ਜੋ ਮਾਰਿਆ ਜਾਏ, ਕਿਉਂ ਜੋ ਉਹਨੇ ਬਾਲ ਦੀ ਜਗਵੇਦੀ ਢਾਹੀ ਅਤੇ ਉਸ ਦੇ ਕੋਲ ਦੇ ਢੁੰਡ ਨੂੰ ਵੱਢ ਸੁੱਟਿਆ ਹੈ। ਤਾਂ ਯੋਆਸ ਉਹਨਾਂ ਸਭਨਾਂ ਲੋਕਾਂ ਨੂੰ ਜੋ ਉਸ ਦੇ ਸਾਹਮਣੇ ਖਲੋਤੇ ਸਨ ਆਖਿਆ, ਭਲਾ ਤੁਸੀਂ ਬਾਲ ਦੇ ਲਈ ਝਗੜਾ ਚੁੱਕਦੇ ਹੋ ਅਤੇ ਤੁਸੀਂ ਉਹਨੂੰ ਬਚਾਉਣ ਚਾਹੁੰਦੇ ਹੋ, ਜਿਹੜਾ ਉਹਦੇ ਲਈ ਝਗੜਾ ਚੁੱਕੇ ਸੋ ਅੱਜ ਭਲਕੇ ਵੱਢਿਆ ਜਾਵੇ। ਜੇ ਉਹ ਦੇਵਤੇ ਹੈ ਤਾਂ ਆਪਣੇ ਲਈ ਆਪ ਹੀ ਝਗੜਾ ਚੁੱਕੇ। ਇਸ ਕਰਕੇ ਜੋ ਉਹਦੀ ਜਗਵੇਦੀ ਕਿਸੇ ਨੇ ਢਾਹ ਸੁੱਟੀ ਹੈ, ਇਸ ਲਈ ਉਸਨੇ ਉਸ ਦਿਨ ਤੋਂ ਉਸ ਦਾ ਨਾਮ ਯਰੂਬਾਲ ਧਰਿਆ ਅਤੇ ਆਖਿਆ, ਭਲਾ ਉਹਦੇ ਨਾਲ ਬਾਲ ਆਪ ਹੀ ਝਗੜਾ ਕਰੇ, ਕਿਉਂ ਜੋ ਉਹਦੀ ਜਗਵੇਦੀ ਉਹਨੇ ਢਾਹ ਸੁੱਟੀ ਹੈ। ਤਦ ਸਾਰੇ ਮਿਦਿਆਨੀ ਅਤੇ ਅਮਲੇਕੀ ਅਤੇ ਹੋਰ ਵੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਇਜ਼ਰਾਈਲ ਦੀ ਦੂਣ ਵਿੱਚ ਆ ਤੰਬੂ ਲਾਏ। ਯਹੋਵਾ ਦਾ ਆਤਮਾ ਗਿਦੋਨ ਉੱਤੇ ਆਇਆ, ਸੋ ਉਹਨੇ ਤੂਰੀ ਵਜਾਈ ਅਤੇ ਅਬੀਅਜ਼ਰ ਦੇ ਲੋਕ ਉਹਦੇ ਮਗਰ ਲੱਗੇ। ਫਿਰ ਉਹਨੇ ਸਾਰੇ ਮਨਸਾ ਵਿੱਚ ਹਲਕਾਰੇ ਕੱਲੇ, ਸੋ ਉਹ ਵੀ ਉਹਦੇ ਮਗਰ ਇਕੱਠੇ ਹੋਏ ਅਤੇ ਉਹਨੇ ਅਸੇਰ ਅਤੇ ਜ਼ਬਲੂਨ ਅਤੇ ਨਫਤਾਲੀ ਦੇ ਕੋਲ ਵੀ ਹਲਕਾਰੇ ਕੱਲੇ, ਸੋ ਉਹ ਵੀ ਉਹਨਾਂ ਨੂੰ ਮਿਲਣ ਲਈ ਚੜ ਆਏ। ਤਦ ਗਿਦੋਨ ਨੇ ਪਰਮੇਸ਼ਰ ਨੂੰ ਆਖਿਆ, ਜੇ ਤੂੰ ਚਾਹੁੰਦਾ ਹੈ ਜੋ ਇਸਰਾਏਲ ਦਾ ਛੁਟਕਾਰਾ ਮੇਰਾ ਹੱਥੀਂ ਕੀਤਾ ਜਾਵੇ, ਜਿਹਾ ਕੋ ਤੈਂ ਆਖਿਆ ਹੈ, ਤਾਂ ਵੇਖ ਮੈਂ ਇੱਕ ਉੱਨ ਦਾ ਫੱਬਾ ਪਿੜ ਦੇ ਵਿੱਚ ਰੱਖ ਦਿੰਦਾ ਹਾਂ। ਸੋ ਜੇ ਕਰ ਤਰੇਲ ਨਿਰੀ ਉੱਨ ਦੇ ਫੁੱਬੇ ਉੱਤੇ ਹੀ ਪਵੇ ਔਰ ਆਲੇ ਦੁਆਲੇ ਦੀ ਧਰਤੀ ਸਭ ਸੁੱਕੀ ਰਹੇ, ਤਾਂ ਮੈਂ ਸੱਚਮੁੱਚ ਜਾਣਾਂਗਾ ਕਿ ਜ਼ਿਕਰ ਤੈਂ ਆਖਿਆ ਹੈ, ਤਿਹਾ ਹੀ ਇਸਰਾਏਲ ਨੂੰ ਤੂੰ ਮੇਰੇ ਹੱਥੀਂ ਛੁਟਕਾਰਾ ਦੇਵੇਗਾ। ਤਾਂ ਅਜਿਹਾ ਹੀ ਹੋਇਆ। ਜਾਂ ਉਹ ਪ੍ਰਭਾਤ ਦੇ ਵੇਲੇ ਉੱਠਿਆ ਅਤੇ ਉਸ ਉੱਨ ਦੇ ਫੁੱਬੇ ਨੂੰ ਕੱਟ ਕੇ ਨਪੀੜਿਆ, ਤਾਂ ਉਸ ਫੁੱਬੇ ਵਿੱਚੋਂ ਤਰੇਲ ਦੇ ਪਾਣੀ ਇੱਕ ਕਟੋਰਾ ਭਰਿਆ ਗਿਆ। ਤਦ ਗਿਦੋਨ ਨੇ ਪਰਮੇਸ਼ਰ ਨੂੰ ਆਖਿਆ, ਮੇਰੀ ਉੱਤੇ ਤੇਰਾ ਕ੍ਰੋਧ ਨਾ ਜਾਗੇ, ਕਿਉਂ ਜੋ ਮੈਂ ਇੱਕੋ ਹੀ ਵਾਰ ਹੋਰ ਆਖਣਾ, ਮੈਂ ਤੇਰੇ ਅੱਗੇ ਅਰਦਾਸ ਕਰਨਾ ਜੋ ਇੱਕ ਹੁਣ ਦੀ ਵਾਰੀ ਹੋਰ ਇਸ ਉੱਨ ਦੇ ਫੁੱਬੇ ਨਾਲ ਤੇਰਾ ਪਰਤਾਵਾ ਲਵਾਂ। ਸੋ ਹੁਣ ਨਿਰਾ ਉੱਨ ਦਾ ਫੁੱਬਾ ਸੁੱਕਾ ਰਹੇ ਅਤੇ ਦੁਆਲੇ ਦੀ ਸਾਰੀ ਧਰਤੀ ਉੱਤੇ ਤਰੇਲ ਪਵੇ। ਸੋ ਪਰਮੇਸ਼ਰ ਨੇ ਉਸ ਰਾਤ ਅਜਿਹਾ ਹੀ ਕੀਤਾ, ਕਿਉਂ ਜੋ ਨਿਰਾ ਉੱਨ ਦਾ ਫੁੱਬਾ ਸੁੱਕਾ ਰਿਹਾ ਅਤੇ ਹੋਰ ਸਾਰੀ ਧਰਤੀ ਉੱਤੇ ਤਰੇਲ ਪਈ ਸੀ। ਮੱਤੀ ਦੀ ਇੰਜੀਲ ਅਧਿਆਇ 18। ਉਸੇ ਘੜੀ ਚੇਲੇ ਯਿਸੂ ਕੋਲ ਆਣ ਕੇ ਬੋਲੇ, ਜੋ ਸਵਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ? ਤਦ ਉਸਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸ ਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਜੇ ਤੁਸੀਂ ਨਾ ਮੁੜੇ ਅਤੇ ਛੋਟੀਆਂ ਬਾਲਕਾਂ ਵਾਂਗੂ ਨਾ ਬਣੋ ਤਾਂ ਸਵਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਗੂ ਛੋਟਾ ਜਾਣੇ, ਸੋਈ ਸਵਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ। ਅਤੇ ਜੋ ਕੋਈ ਮੇਰੇ ਨਾਮ ਕਰਕੇ ਅਜਿਹਾ ਇੱਕ ਬਾਲਕ ਨੂੰ ਕਬੂਲ ਕਰੇ, ਸੋ ਮੈਨੂੰ ਕਬੂਲ ਕਰਦਾ ਹੈ। ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨੇਚਾ ਕਰਦੇ ਹਨ ਇੱਕ ਨੂੰ ਠੋਕਰ ਖਵਾਵੇ, ਉਹਦੇ ਲਈ ਚੰਗਾ ਸੀ ਜੋ ਤਰਾਸ ਦਾ ਪੁੜ
ਉਹਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਘਾਨ ਵਿੱਚ ਡੋਬਿਆ ਜਾਂਦਾ। ਟੋਕਰਾਂ ਦੇ ਕਾਰਨ ਜਗਤ ਉੱਤੇ ਹਾਹਾਕਾਰ ਕਿਉਂ ਜੋ ਟੋਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਕਰਕੇ ਟੋਕਰ ਲੱਗਦੀ ਹੈ। ਪਰ ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ। ਡੁੰਡਾ ਜਾਂ ਲੰਗਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ। 2 ਹੱਥ ਜਾਂ 2 ਪੈਰ ਹੁੰਦਿਆਂ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇ, ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖਵਾਵੇ ਤਾਂ ਉਹਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਓ। ਕਾਨਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਕਿ 2 ਅੱਖੀਆਂ ਹੁੰਦਿਆਂ ਤੂੰ ਅੱਗ ਦੇ ਨਰਕ ਵਿੱਚ ਸੁੱਟਿਆ ਜਾਵੇ। ਖਬਰਦਾਰ, ਤੁਸੀਂ ਇਨ੍ਹਾਂ ਛੋਟੀਆਂ ਵਿੱਚੋਂ ਕਿਸੇ ਨੂੰ ਤੁਝ ਨਾ ਜਾਣੋ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸਵਰਗ ਵਿੱਚ ਉਹਨਾਂ ਦੇ ਦੂਤ ਮੇਰੇ ਪਿਤਾ ਦਾ ਜਿਹੜੇ ਸਵਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ। ਤੁਸੀਂ ਕੀ ਸਮਝਦੇ ਹੋ, ਜੇ ਕਿਸੇ ਮਨੁੱਖ ਦੀਆਂ 100 ਭੇਡਾਂ ਹੋਣ ਅਤੇ ਉਹਨਾਂ 99 ਨੂੰ ਪਹਾੜਾਂ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਨਾ ਭਾਲਦਾ ਫਿਰੇਗਾ? ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੇ ਇਉਂ ਹੋਵੇ ਜੋ ਉਹਨੂੰ ਲੱਭੇ ਤਾਂ ਉਹ ਉਸ ਦੇ ਕਾਰਨ ਉਹਨਾਂ 99 ਨਾਲੋਂ ਜਿਹੜੀਆਂ ਗੁਆਚ ਨਾ ਗਈਆਂ ਸਨ ਬਹੁਤ ਆਨੰਦ ਹੋਵੇਗਾ। ਇਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਮਰਜ਼ੀ ਨਹੀਂ ਜੋ ਇਨ੍ਹਾਂ ਛੋਟੀਆਂ ਵਿੱਚੋਂ ਇੱਕ ਦਾ ਵੀ ਨਾਸ ਹੋ ਜਾਵੇ। ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾ ਔਰ ਉਹਦੇ ਸੰਗ ਕੱਲਾ ਹੋ ਕੇ ਉਹਨੂੰ ਸਮਝਾ ਦੇ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਕੱਟ ਲਿਆ, ਪਰ ਜੇ ਉਹ ਨਾ ਸੁਣੇ ਤਾਂ ਤੂੰ 1 ਜਾਂ 2 ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ 2 ਜਾਂ 3 ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। ਔਰ ਜੇ ਉਹ ਉਹਨਾਂ ਦੀ ਵੀ ਨਾ ਸੁਣੇ ਤਾਂ ਕਲੀਸਿਆ ਨੂੰ ਖਬਰ ਦੇ। ਫਿਰ ਜੇ ਉਹ ਕਲੀਸਿਆ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ। ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਸੋ ਸਵਰਗ ਵਿੱਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ ਸੋ ਸਵਰਗ ਵਿੱਚ ਖੋਲਿਆ ਜਾਵੇਗਾ। ਫਿਰ ਮੈਂ ਤੁਹਾਨੂੰ ਆਖਦਾ ਹਾਂ, ਜੇ ਤੁਹਾਡੇ ਵਿੱਚ 2 ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹਨਾਂ ਲਈ ਕੀਤਾ ਜਾਵੇਗਾ। ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਮ ਉੱਤੇ ਇਕੱਠੇ ਹੋਣ ਉਤੇ ਮੈਂ ਉਹਨਾਂ ਦੇ ਵਿਚਕਾਰ ਹਾਂ। ਤਦ ਪਤਰਸ ਨੇ ਕੋਲ ਆਣ ਕੇ ਉਹਨੂੰ ਆਖਿਆ, ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹਨੂੰ ਮਾਫ ਕਰਾਂ ਕਿ 7 ਵਾਰ ਤਿੱਕਰ? ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ 7 ਵਾਰ ਤਿੱਕਰ ਨਹੀਂ ਆਖਦਾ, ਪਰ 70 ਤੇ 7 ਗੁਣਾ ਤਿੱਕਰ। ਇਸ ਲਈ ਸਵਰਗ ਦਾ ਰਾਜ ਇੱਕ ਰਾਜਾ ਵਰਗਾ ਹੈ ਜਿਹਨੇ ਆਪਣਾ ਨੌਕਰਾਂ ਤੋਂ ਹਿਸਾਬ ਲੈਣਾ ਚਾਹਿਆ, ਅਤੇ ਜਾਂ ਉਹ ਹਿਸਾਬ ਲੈਣ ਲੱਗਾ ਤਾਂ 10,000 ਤੋੜੇ ਦੇ ਇੱਕ ਕਰਜ਼ਾਈ ਨੂੰ ਉਹਦੇ ਕੋਲ ਲਿਆਏ। ਪਰ ਜਦ ਉਹਦੇ ਕੋਲ ਦੇਣ ਨੂੰ ਕੁਝ ਨਾ ਸੀ ਤਦ ਉਹਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹਦੀ ਤੀਵੀ ਅਤੇ ਉਹਦੇ ਬਾਲ ਬੱਚੇ ਔਰ ਸਭ ਕੁਝ ਜੋ ਉਹਦਾ ਹੈ ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। ਤਦ ਉਸ ਨੌਕਰ ਨੇ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਕਿਹਾ, ਸਵਾਮੀ ਜੀ, ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਖਰਚ ਭਰ ਦਿਆਂਗਾ। ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹਨੂੰ ਛੱਡ ਦਿੱਤਾ ਅਤੇ ਕਰਜ਼ ਵੀ ਉਹਨੂੰ ਬਖਸ਼ ਦਿੱਤਾ। ਜਾਂ ਉਹ ਨੌਕਰ ਬਾਹਰ ਨਿਕਲਿਆ ਤਾਂ ਉਹਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਉਹਨੂੰ ਲੱਭ ਪਿਆ ਜਿਸ ਤੋਂ ਉਹਨੇ 50 ਰੁਪਏ ਲੈਣੇ ਸਨ, ਅਤੇ ਉਸ ਉੱਤੇ ਹੱਥ ਪਾ ਕੇ ਸੰਗਿਓ ਫੜ ਲਿਆ ਅਤੇ ਆਖਿਆ,
ਜੋ ਮੇਰਾ ਨਿਕਲਦਾ ਹੈ ਸੋ ਦੇ। ਤਦ ਉਹਦੇ ਨਾਲ ਦਾ ਨੌਕਰ ਉਹਦੇ ਪੈਰੀਂ ਪਿਆ ਅਤੇ ਮਿੰਨਤ ਕਰਕੇ ਕਿਹਾ, ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਭਰ ਦਿਆਂਗਾ। ਪਰ ਉਹਨੇ ਨਾ ਮੰਨਿਆ, ਸਗੋਂ ਜਾ ਕੇ ਉਸ ਨੂੰ ਕੈਦ ਵਿੱਚ ਪਾ ਦਿੱਤਾ, ਜਿੰਨਾ ਚਿਰ ਕਰਜ਼ ਨਾ ਭਰ ਦੇਵੇ। ਪਰ ਜਾਂ ਉਹਦੇ ਨਾਲ ਦੋ ਨੌਕਰਾਂ ਨੇ ਇਹ ਹਾਲ ਡਿੱਠਾ ਤਾਂ ਵੱਡੇ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। ਤਦ ਉਹਦੇ ਮਾਲਕ ਨੇ ਉਹਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ, ਮੈਂ ਤੈਨੂੰ ਉਹ ਸਾਰਾ ਕਰਜ਼ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ। ਫਿਰ ਜਿਹੀ ਮੈਂ ਤੇਰੇ ਉੱਤੇ ਦਇਆ ਕੀਤੀ ਕਿ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤੀਹੀ ਦਇਆ ਕਰਨੀ ਨਹੀਂ ਸੀ ਚਾਹੀਦੀ। ਅਤੇ ਜਿੰਨਾ ਚਿਰ ਸਾਰਾ ਕਰਜ਼ ਭਰ ਨਾ ਦੇਵੇ, ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹਨੂੰ ਦੁਖਦਾਇਕਾਂ ਦੇ ਹਵਾਲੇ ਕੀਤਾ। ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ ਨਾ ਕਰੇ। ਆਮੀਨ। ਸਭਨਾਂ ਨੂੰ ਪਿਆਰ ਭਰੀ ਜੀਵਨ ਸੁਣੀ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੋ ਅੱਜ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚ ਕੁਝ ਗੱਲਾਂ। ਉਤਪਤੀ ਦੀ ਕਿਤਾਬ ਅਧਿਆਇ 17 ਇਸ ਵਿੱਚ ਆਪਾਂ ਵੇਖਦੇ ਹਾਂ ਯਹੋਵਾ ਪਰਮੇਸ਼ਰ ਅਬਰਾਹਮ ਨਾਲ ਆਪਣੇ ਨੇਮ ਨੂੰ ਦ੍ਰਿੜ ਕਰਦਾ ਹੈ। ਉਹ ਇਸ ਪ੍ਰਕਾਰ ਦ੍ਰਿੜ ਕਰਦਾ ਹੈ ਕਿ ਉਹ ਇਹ ਕਹਿੰਦਾ ਹੈ, ਮੈਂ ਤੈਨੂੰ ਤੇਰੇ ਅੰਸ਼ ਨੂੰ ਹੱਥੋਂ ਬਾਲਾ ਫਲਵੰਤ ਬਣਾਵਾਂਗਾ ਅਤੇ ਮੈਂ ਤੇਰੇ ਨਾਲ ਅਤੇ ਤੇਰੇ ਅੰਸ਼ ਨਾਲ ਆਨੰਦ ਦਾ ਨੇਮ ਬਣਾਗਾ। ਇਸ ਦੇ ਨਿਸ਼ਾਨ ਤੌਰ ਸੇ ਤੂੰ ਅਤੇ ਤੇਰੇ ਘਰਾਣੇ ਅਤੇ ਤੇਰੇ ਘਰ ਜੰਮੇ ਇੱਕ ਕੰਮ ਕਰਨਾ, ਉਹ ਹੈ ਜੋ ਅਨਵਾਂਟਡ ਫਲੈਸ਼, ਜੋ ਆਪਾਂ ਕਹਿੰਦੇ ਆ ਕਿ ਜੋ ਮਾਸ ਹੈ ਤੁਹਾਡੇ ਵਿੱਚੋਂ ਹੈ ਉਸ ਨੂੰ ਪਰਾਂ ਕਰਨਾ, ਉਸ ਨੂੰ ਆਪਾਂ ਕਹਿੰਦੇ ਹਾਂ ਸੁਨਨਤ। ਸੋ ਇਸ ਨੂੰ ਪੂਰੇ ਪਰਿਵਾਰ ਕਰਨਾ ਹੈ ਅਤੇ ਜੋ ਵੀ ਬੱਚਾ ਨਵੇਂ ਜਨਮ ਹੋਵੇ ਉਹ 8ਵੇਂ ਦਿਨ ਦੇ ਵਿੱਚ ਇਸ ਨੂੰ ਕਰਨਾ ਹੈ। ਇਹ ਆਨੰਦ ਦੇ ਨੇਮ ਦੀ ਇੱਕ ਨਿਸ਼ਾਨ ਹੈ। ਸੋ ਇਹਨਾਂ ਗੱਲਾਂ ਨੂੰ ਪਰਮੇਸ਼ਰ ਕਹਿ ਕੇ ਅਤੇ ਅਬਰਾਹਮ ਇਹ ਕਹਿੰਦਾ ਹੈ ਕਿ ਨਿਤ ਸਮਾਂ ਦੇ ਵਿੱਚ ਤੇਰੇ ਪਤਨੀ ਸਾਰਾਈ ਜੋ ਹੈ ਇੱਕ ਪੁੱਤਰ ਨੂੰ ਜਨੇਗੀ ਅਤੇ ਤੇਰੇ ਵੰਸ਼ ਦੇ ਵਿੱਚੋਂ ਰਾਜੇ ਜੰਮਣਗੇ। ਇਹਨਾਂ ਗੱਲਾਂ ਨੂੰ ਪ੍ਰਭੂ ਪਰਮੇਸ਼ਰ ਕਹਿੰਦਾ ਹੈ। ਪ੍ਰਭੂ ਪਰਮੇਸ਼ਰ ਇਸ ਗੱਲਾਂ ਦੇ ਦੁਆਰਾ ਇਹ ਦਰਸਾਉਂਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਜੋ ਗੱਲਾਂ ਫਾਲਤੂ ਪਈਆਂ ਨੇ, ਜਿਸ ਨੂੰ ਆਪਾਂ ਫਾਲਤੂ ਫੜੇ ਰੱਖੀਆਂ, ਉਹਨਾਂ ਗੱਲਾਂ ਨੂੰ ਪ੍ਰਭੂ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਨ ਦੀ ਆਗਿਆ ਦਿੰਦਾ ਹੈ। ਇਸੇ ਪ੍ਰਕਾਰ ਆਪਾਂ ਜੇ ਵੇਖੀਏ ਨਿਆਂਇਆਂ ਦੀ ਪੋਥੀ ਅਧਿਆਇ 5 ਦੇ ਵਿੱਚ ਇਸ ਪ੍ਰਕਾਰ ਹੈ, ਦਬੋਰਾ ਜੋ ਨਿਆਈ ਹੈ, ਪਰਮੇਸ਼ਰ ਜੋ ਜਿੱਤ ਉਸ ਲੜਾਈ ਦੇ ਵਿੱਚ ਦਿੱਤਾ ਸੀ ਉਸ ਦੇ ਪ੍ਰਤੀ ਭਜਨ ਬੋਲ ਕੇ ਪਰਮੇਸ਼ਰ ਦੀ ਵਡਿਆਈ ਕਰਦੀ ਹੈ। ਉਸ ਵਿੱਚ ਆਪਾਂ ਇਸ ਪ੍ਰਕਾਰ ਵੇਖ ਸਕਦੇ ਹਾਂ ਕਿ ਉਹ ਪਰਮੇਸ਼ਰ ਦੀ ਵਡਿਆਈ ਕਰਦੇ ਕਰਦੇ ਇਹ ਆਖਦੀ ਹੈ ਕਿ ਇਸਰਾਏਲ ਦੀ ਆਪਣੇ ਹੀ ਉਹਨਾਂ ਗਲਤੀਆਂ ਦੇ ਕਾਰਨ ਉਹ ਦਬਾਅ ਦੇ ਵਿੱਚ ਪੈ ਜਾਂਦੇ, ਫਿਰ ਵੀ ਯਹੋਵਾ ਪਰਮੇਸ਼ਰ ਉਹਨਾਂ ਉੱਤੇ ਰਹਿਮ ਕਰਕੇ ਉਹਨਾਂ ਨੂੰ ਉਸ ਦਬਾਅ ਤੋਂ ਬਚਾਉਣ ਵਾਸਤੇ ਅੱਗੇ ਆਇਆ। ਫਿਰ ਵੀ ਉਹਨਾਂ ਵਿੱਚ ਉਹਨਾਂ ਦੇ ਖਾਸ ਭਰਾਵਾਂ ਵਿੱਚੋਂ 4 ਲੋਕ ਉਹਨਾਂ ਦੀ ਮਦਦ ਕਰਨ ਵਾਸਤੇ ਨਹੀਂ ਆਏ ਸੀ। ਉਹਨਾਂ ਦਾ ਨਾਮ ਇਸ ਵਿੱਚ ਲਿਖਿਆ ਹੋਇਆ ਹੈ। ਉਹ ਇਹ ਹਨ ਰਹੂਬਨ, ਆਸੇਰ, ਦਾਨ, ਗਿਲਯਾਦ। ਪ੍ਰਭੂ ਖੁਦ ਉਹਨਾਂ ਦੇ ਦਬਾਅ ਤੋਂ ਬਚਾਉਣ ਲਈ ਸਹਾਇਤ ਲਈ ਆਇਆ, ਪਰ ਉਹਦੇ ਸਕੇ ਭਰਾਵਾਂ ਵਿੱਚੋਂ ਕੁਝ ਗੋਤ ਨੇ ਉਹਨਾਂ ਦੀ ਸਹਾਇਤ ਲਈ ਨਹੀਂ ਆਏ। ਇਸ ਤੋਂ ਦਬੋਰਾ ਵੀ ਨਿਰਾਸ਼ ਹੋਈ ਹੈ ਅਤੇ ਪ੍ਰਭੂ ਵੀ ਨਿਰਾਸ਼ ਹੋਇਆ। ਇਸੇ ਪ੍ਰਕਾਰ ਆਪਾਂ ਵੇਖਦੇ ਹਾਂ ਨਿਆਂਇਆਂ ਦੀ ਪੋਥੀ ਅਧਿਆਇ 6 ਦੇ ਵਿੱਚ ਫਿਰ ਇਸਰਾਏਲੀ ਪਾਪ ਕਰਦੇ, ਪਾਪ ਦੇ ਕਾਰਨ ਪਰਮੇਸ਼ਰ ਉਹਨਾਂ ਨੂੰ ਮਿਦੀਆਨੀਆਂ ਦੇ ਹੱਥ ਵਿੱਚ ਦੇ ਦਿੰਦਾ ਅਤੇ ਮਿਦੀਆਨੀ ਉਹਨਾਂ ਦੀ ਅੰਨ ਤੱਕ ਵੀ ਖਰਾਬ ਕਰ ਜਾਂਦੇ ਸੀ। ਫਿਰ ਯਹੋਵਾ ਪਰਮੇਸ਼ਰ ਗਿਦਾਓਨ ਨੂੰ ਕਹਿੰਦਾ, ਤੂੰ ਜਾ ਅਤੇ ਆਪਣੇ ਭਰਾਵਾਂ ਨੂੰ ਇਸਰਾਏਲੀਆਂ ਨੂੰ ਬਚਾਓ। ਤਾਂ ਗਿਦਾਓਨ ਕਹਿੰਦਾ, ਪ੍ਰਭੂ ਕਿਵੇਂ ਮੈਂ ਜਾਵਾਂ, ਮੈਂ ਆਪ ਖੁਦ ਬਹੁਤ ਡਰਦਾ ਹਾਂ। ਪਰ ਪ੍ਰਭੂ ਕਹਿੰਦਾ, ਚਾਹੇ ਤੂੰ ਡਰਦਾ ਹੋ ਫਿਰ ਵੀ ਮੈਂ ਤੇਰੇ ਵਿੱਚ ਇੱਕ ਹਿੰਮਤ ਨੂੰ ਵੇਖਦਾ ਹਾਂ। ਤੂੰ ਕਿਸੇ ਤੋਂ ਨਾ ਡਰੇ ਬਿਨਾ ਤੂੰ ਕੀ ਕਰਦਾ, ਇਸ ਰਾਤ ਦੇ ਵੇਲੇ ਤੇਰੇ ਵਾੜੇ ਨੂੰ ਸਾਂਭਣ ਲਈ ਹਿੰਮਤ ਬਣਾਇਆ।
ਸੋ ਮੈਂ ਤੈਨੂੰ ਕਹਿੰਦਾ ਇਸੇ ਹਿੰਮਤ ਨਾਲ, ਇਸੇ ਤਾਕਤ ਨਾਲ ਤੂੰ ਜਾ ਅਤੇ ਤੇਰੇ ਭਰਾ ਲਈ ਉਹਨਾਂ ਨਾਲ ਲੜ ਅਤੇ ਉਹਨਾਂ ਦੇ ਹੱਥੋਂ ਤੇਰੇ ਭਰਾਵਾਂ ਨੂੰ ਬਚਾਓ। ਤਾਂ ਪ੍ਰਭੂ ਦੀ ਆਗਿਆ ਮੰਨ ਕੇ ਗਿਦੌਨ ਜਾਂਦਾ। ਜਾਣ ਤੋਂ ਪਹਿਲਾਂ ਪ੍ਰਭੂ ਕਹਿੰਦਾ ਸਭ ਤੋਂ ਪਹਿਲਾਂ ਤੂੰ ਕੀ ਕਰ, ਜਿਸ ਜਗਵੇਦੀਆਂ ਉੱਤੇ ਇਸਰਾਏਲੀ ਮੱਥਾ ਟੇਕਦੇ ਨੇ ਉਸ ਬਾਲ ਦੇਵਤਿਆਂ ਦੀ ਜਗਵੇਦੀ ਨੂੰ ਤੂੰ ਢਾਹ ਦੇ। ਪ੍ਰਭੂ ਕਹਿੰਦਾ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਉਸ ਦਬਾਅ ਤੋਂ ਛੁਟਕਾਰਾ ਪਾਣਾ ਤਾਂ ਜਿਹੜੀਆਂ ਗੱਲਾਂ ਦੇ ਕਾਰਨ ਤੁਸੀਂ ਦਬਾਈ ਦੇ ਵਿੱਚ ਪਈ ਹੋ ਉਹਨਾਂ ਗੱਲਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਨਾ। ਤੇ ਉਰੇ ਗਿਦੌਨ ਦੇ ਰਾਹੀਂ ਉਸ ਜਗਵੇਦੀ ਨੂੰ ਢਾਉਂਦਾ ਅਤੇ ਪਰਮੇਸ਼ਰ ਉਹਨਾਂ ਨੂੰ ਛੁਡਾਉਣ ਲਈ ਗਿਦੌਨ ਨੂੰ ਤਿਆਰ ਕਰਦਾ ਹੋਇਆ ਵੇਖਦੇ ਹਾਂ। ਇਸੇ ਪ੍ਰਕਾਰ ਮੱਤੀ ਦੀ ਇੰਜੀਲ ਅਧਿਆਇ 18 ਦੇ ਵਿੱਚ ਆਪਾਂ ਵੇਖਦੇ ਹਾਂ ਕਿ ਪ੍ਰਭੂ ਪਰਮੇਸ਼ਰ ਇਹ ਆਖਦਾ ਹੈ ਤੁਸੀਂ ਇਸ ਜਗਤ ਉੱਤੇ, ਇਸ ਜਗਤ ਦੀ ਜ਼ਿੰਦਗੀ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਜੇ ਸਵਰਗ ਰਾਜ ਨੂੰ ਪ੍ਰਾਪਤ ਕਰਨਾ ਹੋ ਕੁਝ ਗੱਲਾਂ ਨੂੰ ਕਰਨਾ। ਸਭ ਤੋਂ ਪਹਿਲਾਂ ਤੁਸੀਂ ਇੱਕ ਬੱਚੇ ਵਾਂਗੂ ਆਪਣੇ ਮਨ ਨੂੰ ਸਾਫ਼ ਰੱਖਣਾ। ਤੁਹਾਡੇ ਦਿਲ ਦੇ ਵਿੱਚ ਭੇਦਭਾਵ ਕਦੇ ਨਹੀਂ ਹੋਣਾ। ਜੇ ਤੁਸੀਂ ਕਿਸੇ ਕਾਰਨ ਵੀ ਟੋਕਰ ਖਾਓਗੇ ਤਾਂ ਤੁਸੀਂ ਉਸ ਟੋਕਰ ਦੇ ਕਾਰਨ ਨਿਰਾਸ਼ ਨਹੀਂ ਹੋਣਾ, ਕਿਉਂਕਿ ਟੋਕਰ ਤੁਹਾਨੂੰ ਪ੍ਰਭੂ ਵਿੱਚ ਵਧਣ ਲਈ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ। ਜਿਹੜਾ ਤੁਹਾਨੂੰ ਟੋਕਰ ਖਵਾਉਂਦਾ ਹੈ ਉਹਨੂੰ ਪ੍ਰਭੂ ਨਿਆਂ ਦੇ ਵਿੱਚ ਖੜਾ ਕਰੇਗਾ। ਇਸੇ ਪ੍ਰਕਾਰ ਪ੍ਰਭੂ ਕਹਿੰਦਾ ਹੈ ਕਿ ਅੰਗਾਂ ਦੇ ਕਾਰਨ ਕੀ ਨਾ ਕਰੋ, ਟੋਕਰ ਨਾ ਖਾਵੋ। ਤੁਹਾਡੇ ਅੱਖ, ਤੁਹਾਡੇ ਲੱਤ, ਤੁਹਾਡੇ ਹੱਥ ਕਿਤੇ ਤੁਹਾਨੂੰ ਸਵਰਗ ਰਾਜ ਤੇ ਜਾਣ ਤੋਂ ਰੋਕ ਨਾ ਸਕੇ। ਜੇ ਉਹ ਗੱਲਾਂ ਤੁਹਾਨੂੰ ਟੋਕਰ ਦੇ ਰੂਪ ਦੇ ਵਿੱਚ ਹੋਵੇ ਤਾਂ ਤੁਸੀਂ ਉਹਨਾਂ ਤੋਂ ਸੁਚੇਤ ਰਹਿਣਾ। ਇਸੇ ਤਰ੍ਹਾਂ ਪ੍ਰਭੂ ਆਖਦਾ ਹੈ ਤੁਹਾਡੀਆਂ ਭਰਾਵਾਂ ਨਾਲ ਜੇ ਤੁਸੀਂ ਰੁੱਸੇ ਹੋਏ ਹੋ ਤਾਂ ਉਸ ਨੂੰ ਤੁਸੀਂ ਸਟ੍ਰੇਟ ਕਰਨਾ, ਉਸ ਨੂੰ ਤੁਸੀਂ ਸਹੀ ਕਰਨਾ। ਆਖਰੀ ਦੇ ਵਿੱਚ ਪ੍ਰਭੂ ਤੁਹਾਨੂੰ ਅਤੇ ਮੈਨੂੰ ਆਖਦਾ ਹੈ ਜਿਸ ਪ੍ਰਕਾਰ ਮੈਂ ਤੁਹਾਨੂੰ ਮਾਫ ਕੀਤਾ ਤੁਸੀਂ ਅਗਲਿਆਂ ਨੂੰ ਜਿਹੜੇ ਤੇਰੇ ਕਰਜ਼ਿਆਂ ਨੂੰ ਮਾਫ ਕਰ ਦਿਓ। ਇਹਨਾਂ ਸਾਰੀਆਂ ਅਧਿਆਇ ਦੇ ਦੁਆਰਾ ਪ੍ਰਭੂ ਆਪਾਂ ਨੂੰ ਆਖਦਾ ਹੈ ਜਿਹੜੀਆਂ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਕਰਨ ਤੋਂ ਰੋਕਦੀਆਂ ਨੇ ਉਹਨਾਂ ਗੱਲਾਂ ਨੂੰ ਦੂਰ ਕਰੋ। ਹਾਂ ਪ੍ਰਭੂ ਦੇ ਪਿਆਰਿਓ, ਸੋ ਆਪਾਂ ਅੱਜ ਇਹਨਾਂ ਵਚਨਾਂ ਦੇ ਰਾਹੀਂ ਚੱਲ ਕੇ ਉਸ ਸਵਰਗ ਰਾਜ ਦੇ ਵਿੱਚ ਵੜਨ ਦਾ ਕੋਸ਼ਿਸ਼ ਕਰੀਏ। ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।